खबर का रुख करते हाँ श्री हरमंदर साहिब के बाहर बनिया सरावां ते GST लाउण का मामला गरमा गया है। SGPC के इतराज तो बाद पंजाब की सियासत इस नूं लैके गर्म है। CM भगवंत मान समेत कांग्रेस अकाली दल सब ने केंद्र के फैसले ते सवाल चुके ने। केंद्र नूं अपील की है कि सरावां ते GST लाउण वाला फैसला तुरंत वापस लिया जाए। CM मान ने कहा कि यह टैक्स सरावां ते नहीं, यह श्रद्धालुआं की शरधा ते लाया गया है। सो दस दईए कि नवे रूल्स मुताबक हुण सरावां ਨੂੰ 12% GST ਦੇ ਦਾਇਰੇ ਦੇ ਹੇਠ ਲਿਆਂਦਾ ਗਿਆ ਹੈ। ਯਾਨੀ ਜੇ 1000 ਰੁਪਇਆ ਜਿਵੇਂ ਸਾਰਾ ਗੜੀ ਸਰਾਂ ਦੇ ਵਿੱਚ ਇੱਕ ਕਮਰੇ ਦਾ ਲਿਆ ਜਾਂਦਾ ਤਾਂ ਉੱਥੇ ਹੁਣ 1120 ਰੁਪਏ ਦੇਣੇ ਪੈਣਗੇ। 12% GST ਉੱਥੇ ਲਗਾਇਆ ਗਿਆ ਹੈ। ਸੋ CM ਨੇ ਟਵੀਟ ਕੀਤਾ ਹੈ ਇਸ ਬਾਬਤ। CM ਦਾ ਟਵੀਟ ਤੁਹਾਨੂੰ ਦਿਖਾਉਣੇ ਹਾਂ। ਟਵੀਟ ਦੇ ਵਿੱਚ CM ਨੇ ਲਿਖਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੇੜੇ ਸਥਿਤ ਸਰਾਵਾਂ ਤੇ 12% GST ਲਾਉਣ ਦੇ ਫੈਸਲੇ ਦੀ ਮੈਂ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ। ਧਰਮ ਸਥਾਨ ਸਭ ਦੇ ਸਾਂਝੇ ਹੁੰਦੇ ਨੇ। ਇਹ ਟੈਕਸ ਸ਼ਰਧਾਲੂਆਂ ਦੀ ਸ਼ਰਧਾ ਤੇ ਲਗਾਇਆ ਗਿਆ ਹੈ। ਕੇਂਦਰ ਨੂੰ ਅਪੀਲ ਹੈ ਕਿ ਤੁਰੰਤ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ। ਇਹ ਟਵੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ। MP ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ MP ਨੇ ਉਹਨਾਂ ਵੱਲੋਂ ਵੀ ਟਵੀਟ ਕੀਤਾ ਹੈ। ਹਰਸਿਮਰਤ ਬਾਦਲ ਨੇ ਲਿਖਿਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ SGPC ਵੱਲੋਂ ਚਲਾਈਆਂ ਜਾ ਰਹੀਆਂ 3 ਸਰਾਵਾਂ ਵਿੱਚ ਰਿਹਾਇਸ਼ ਦੇ ਖਰਚਿਆਂ ਤੇ 12% GST ਲਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੇ ਸਿੱਖ ਭਾਈਚਾਰੇ ਨੂੰ ਝਟਕਾ ਦਿੱਤਾ ਹੈ। ਇਹ ਟਵੀਟ ਹਰਸਿਮਰਤ ਬਾਦਲ ਨੇ ਕੀਤਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਰਾਜਾ ਵੜਿੰਗ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਸਰਾਵਾਂ ਤੇ GST ਲਾਉਣਾ ਨਿੰਦਨਯੋਗ ਹੈ। ਕਾਲੇ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਚੁੱਕਣ ਲਈ ਸਿੱਖ ਸੰਗਤ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਹੈ। ਭਾਜਪਾ ਇਸ ਨੂੰ ਲੈ ਕੇ ਮਾਫੀ ਮੰਗੇ ਅਤੇ ਕੰਪਲੈਕਸ ਤੇ GST ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਇਹ ਟਵੀਟ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤਾ ਗਿਆ। ਤੇ ਕੇਂਦਰ ਸਰਕਾਰ ਵੱਲੋਂ ਲਾਏ GST ਨੂੰ ਲੈ ਕੇ ਵੱਖ-ਵੱਖ ਧਾਰਮਿਕ ਤੇ ਸਿਆਸੀ ਪ੍ਰਤੀਕਰਮ ਸਾਹਮਣੇ ਆ ਰਹੇ ਨੇ। ਤੁਹਾਨੂੰ ਸੁਣਾਉਂਦੇ ਹਾਂ। ਲੰਗਰਾਂ ਤੇ GST ਲਾਈ ਗਈ। ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੰਦਰੀ ਨਿਵਾਸ, ਮਾਤਾ ਭਾਗ ਕੌਰ ਨਿਵਾਸ ਅਤੇ ਬਾਬਾ ਦੀਪ ਸਿੰਘ ਨਿਵਾਸ ਜਿਹੜੇ ਕਮਰੇ ਸੰਗਤਾਂ ਨੂੰ ਦਿੱਤੇ ਜਾਂਦੇ ਨੇ ਉਹਨਾਂ ਤੇ GST ਲਾਈ ਗਈ ਹੈ। ਇਹ ਇੱਕ ਹਿਸਾਬ ਨਾਲ ਸੰਗਤਾਂ ਤੇ ਨਵਾਂ ਬੋਝ ਪਾ ਦਿੱਤਾ ਗਿਆ। ਜੇ ਕਹਿ ਲਿਆ ਜਾਵੇ कि ये जजिया टैक्स है तो ये कोई अटकथनी नहीं है। अमृतसर गुरुओं की नगरी माना जाता है, पवित्र धरती माना जाता है। वहां पर सर जितने भी सराय हैं, जितने भी अकोमोडेशन सेंटर्स हैं, उन पर भी GST लगाकर आज औरंगजेब के जजिया टैक्स वापस लाने का काम भाजपा की सरकार ने किया है। गुरु नानक देव का सेवा ते सिमरन का सिद्धांत है। कोई कमर्शियल ऑर्गेनाइजेशन नहीं है, कोई बिजनेस ऑर्गेनाइजेशन नहीं है। इस करके ये आदेश जिहड़ा जल्दी ही सरकार इनू करैक्ट कर देगी। ये अधिकारियों की या बाकी लोगों की गलती है जिहदे च होया। और मैं समझना कि होर भी जिहड़े सेवा वाले स्थान ने जिथे कोई बिजनेस एक्टिविटी नहीं हुंदी, वो बाकी धर्मां ते भी इस तरह का लागू होना चाहिए। पर दरबार साहब के उपर होना बड़ी मैं समझना किसी अधिकारी की गलती है। वो भी मंदभागी गल आ ते उहदे लई असीं माफ़ी भी चाहुंदे हां और इस नूं वापस भी सरकार लेगी ते उन्हां दे ध्यान च जिद्दां ही ये आउणा ते वापस। ਤੇ ਸਿਹਤ ਮੰਤਰੀ ਦੀ ਝਾੜ ਤੋਂ ਬਾਅਦ ਸਾਬਕਾ CM ਚਰਨਜੀਤ ਚੰਨੀ ਦੀ ਭਰਜਾਈ ਡਾਕਟਰ ਮਨਿੰਦਰ ਕੌਰ ਨੇ ਵੀ ਅਸਤੀਫਾ ਦੇ ਦਿੱਤਾ ਹੈ। ਡਾਕਟਰ ਮਨਿੰਦਰ ਕੌਰ ਖਰੜ ਸਿਵਲ ਹਸਪਤਾਲ ਦੇ ਵਿੱਚ SMO ਸਨ। ਉਧਰ ਆਮ ਆਦਮੀ ਪਾਰਟੀ ਨੇ ਇਸ ਨੂੰ ਰਸੂਖਦਾਰ ਦਾ ਰਿਸ਼ਤੇਦਾਰ ਦੱਸਦੇ ਹੋਏ ਤੰਜ ਕੱਸਿਆ ਹੈ। ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦਾ ਅਸਤੀਫਾ, ਫਿਰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਜੀਵ ਦੇਵ ਗਨ ਦਾ ਅਸਤੀਫਾ ਅਤੇ ਹੁਣ ਸਾਬਕਾ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਰਜਾਈ SMO ਡਾਕਟਰ ਮਨਿੰਦਰ ਕੌਰ ਦਾ ਅਸਤੀਫਾ। ਸਾਬਕਾ CM ਚਰਨਜੀਤ ਸਿੰਘ ਚੰਨੀ ਦੀ ਭਰਜਾਈ SMO ਡਾਕਟਰ ਮਨਿੰਦਰ ਕੌਰ ਨੇ ਆਪਣੇ ਅਸਤੀਫੇ ਦਾ ਕਾਰਨ ਭਾਵੇਂ ਨਿੱਜੀ ਰੁਝੇਵੇਂ ਦੱਸੇ ਨੇ, ਪਰ ਉਹਨਾਂ ਦੇ ਅਸਤੀਫੇ ਨੂੰ ਕੁਝ ਦਿਨ ਪਹਿਲਾਂ ਸਿਹਤ ਮੰਤਰੀ ਦੇ ਵੱਲੋਂ ਖਰੜ ਹਸਪਤਾਲ ਦੇ ਕੀਤੇ ਦੌਰੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦਰਅਸਲ 20 ਜੁਲਾਈ ਨੂੰ ਸਿਹਤ ਮੰਤਰੀ
ਚੇਤਨ ਸਿੰਘ ਜੌੜਾ ਮਾਜਰਾ ਨੇ ਖਰੜ ਹਸਪਤਾਲ ਦਾ ਦੌਰਾ ਕੀਤਾ ਸੀ। ਹਸਪਤਾਲ ਪ੍ਰਬੰਧਾਂ ਤੇ ਸਵਾਲ ਚੁੱਕੇ ਸਨ। ਇਸ ਦੌਰੇ ਦੇ ਦੌਰਾਨ ਸਿਹਤ ਮੰਤਰੀ ਨੇ ਕਈ ਖਾਮੀਆਂ ਪਾਈਆਂ ਸਨ। ਹਸਪਤਾਲ ਦੇ ਬੈੱਡ ਤੇ ਫਟੇ ਹੋਏ ਗੱਦੇ, ਬਾਥਰੂਮ ਦੇ ਵਿਚਲੀ ਗੰਦਗੀ। ਇਸ ਮੌਕੇ ਸਿਹਤ ਮੰਤਰੀ ਦੇ ਵੱਲੋਂ ਐਸਐਮਓ ਮਨਿੰਦਰ ਕੌਰ ਨੂੰ ਤਾੜਨਾ ਕੀਤੀ ਗਈ ਸੀ, ਜਿਸ ਤੋਂ ਬਾਅਦ ਮਨਿੰਦਰ ਕੌਰ ਦਾ ਖਰੜ ਤੋਂ ਬਰਨਾਲੇ ਦੇ ਧਨੌਲਾ ਵਿਖੇ ਤਬਾਦਲਾ ਕਰ ਦਿੱਤਾ ਗਿਆ ਸੀ। ਡਾਕਟਰ ਮਨਿੰਦਰ ਕੌਰ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਨੇ ਡਾਕਟਰਾਂ ਦੇ ਪ੍ਰਤੀ ਆਪ ਸਰਕਾਰ ਦੀ ਪਹੁੰਚ ਤੇ ਸਵਾਲ ਚੁੱਕੇ ਨੇ। ਬੇਨਤੀ ਕਰਦਾ ਹਾਂ, ਜੌੜਾ ਮਾਜਰਾ ਸਾਹਿਬ ਬਹੁਤ ਕਾਹਲੀ ਕਰ ਰਹੇ ਨੇ। ਇੰਨੀ ਕਾਹਲੀ ਚਾਹੀਦੀ ਨਹੀਂ। ਪ੍ਰੋਫੈਸ਼ਨ ਜਿਹੜੇ ਹੋ ਸਕਦਾ ਹੈ ਕਿ ਸਾਨੂੰ ਐਮਐਲਏ ਬਣਨ ਵਾਸਤੇ ਕੋਈ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਪੈਂਦੀ, ਪਰ ਡਾਕਟਰ ਬਣਨ ਵਾਸਤੇ ਬਹੁਤ ਕੁਆਲੀਫਿਕੇਸ਼ਨ ਦੀ ਲੋੜ ਪੈਂਦੀ ਹੈ। ਬਹੁਤ ਲੰਮੀ ਹਿਸਟਰੀ ਹੈ, ਔਰ ਖਾਸ ਕਰਕੇ ਜਿਹੜੇ ਸਪੈਸ਼ਲਿਸਟ ਡਾਕਟਰ ਬਣਦੇ ਨੇ ਅੱਜ ਕੱਲ੍ਹ ਪੀਜੀ ਕਰਨੀ ਬਹੁਤ ਔਖੀ ਹੈ। ਪੀਜੀ ਤੋਂ ਅੱਗੇ ਹੀ ਬਹੁਤ ਕੁਝ ਹੈ। ਕਿਸੇ ਵੀ ਡਾਕਟਰ ਦਾ ਅਸਤੀਫਾ ਜਿਹੜਾ ਨਾ ਜੀ, ਇਹ ਸਗੋਂ ਇਹ ਡਾਕਟਰਸ ਦਾ ਇੱਜ਼ਤਮਾਨ ਕਰਨੀ ਚਾਹੀਦੀ ਹੈ। ਕਿਸੇ ਵੀ ਡਾਕਟਰ ਦਾ, ਭਾਵੇਂ ਚੰਨੀ ਸਾਹਿਬ ਦੀ ਭਰਜਾਈ ਹੈ ਜਾਂ ਡਾਕਟਰ ਰਾਜ ਬਹਾਦਰ ਜਾਂ ਸਾਡੇ ਅੰਮ੍ਰਿਤਸਰ ਦੇ ਸੁਪਰਡੈਂਟ ਨੇ, ਇਹ ਸਰਕਾਰ ਨੂੰ ਮੈਂ ਸਮਝਦਾ ਹਾਂ ਕਿ ਭਗਵੰਤ ਮਾਨ ਜੀ ਬਹੁਤ ਦੇਰੀ ਕਰ ਰਹੇ ਆ। ਇਹਨਾਂ ਨੂੰ ਇਮੀਡੀਏਟਲੀ ਇਹ ਮਸਲਾ ਸੋਲਵ ਕਰਨਾ ਚਾਹੀਦਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਕੰਗ ਨੇ ਡਾਕਟਰ ਮਨਿੰਦਰ ਦੇ ਅਸਤੀਫੇ ਤੇ ਕਿਹਾ ਕਿ ਇਹਨਾਂ ਲੋਕਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਰਹੀ ਸੀ। ਕੰਮ ਤੇ ਕਰਨਾ ਪਊਗਾ। ਜੇ ਕੋਈ ਸੋਚੇ ਵੀ ਮੈਂ ਵੱਡੇ ਰਸੂਖਦਾਰ, ਵੱਡੇ ਲੀਡਰ ਘਰਾਣੇ ਦੀ ਬਹੂ ਆ, ਬੇਟੀ ਆ, ਬੇਟਾ ਆ, ਘਰ ਵਾਲਾ ਆ, ਰਿਸ਼ਤੇਦਾਰ ਹੈ, ਤੇ ਮੈਂ ਸਰਕਾਰ 'ਚ ਕੰਮ ਨਹੀਂ ਕਰਨਾ, ਕੰਮ ਤੇ ਦੇਖੋ ਕਰਨਾ ਪਊਗਾ। ਡਾਕਟਰ ਮਨਿੰਦਰ ਕੌਰ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋਂ ਗਰਮ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਪੋ ਆਪਣੇ ਤਰਕ ਨੇ। ਬਿਊਰੋ ਰਿਪੋਰਟ, ਨਿਊਜ਼ 18। ਤੇ ਪ੍ਰਸਿੱਧ ਪੰਜਾਬੀ ਗੀਤਕਾਰ ਜਾਨੀ ਨੂੰ ਧਮਕੀਆਂ ਮਿਲ ਰਹੀਆਂ ਨੇ। ਜਾਨੀ ਇਹਨਾਂ ਧਮਕੀਆਂ ਤੋਂ ਪਰੇਸ਼ਾਨ ਹੈ ਤੇ ਹੁਣ ਉਸਨੇ ਮੁੱਖ ਮੰਤਰੀ ਮਾਨ ਦੇ ਅੱਗੇ ਸੁਰੱਖਿਆ ਦੀ ਗੁਹਾਰ ਲਾਈ ਹੈ। ਜਾਨੀ ਵੱਲੋਂ ਇੱਕ ਚਿੱਠੀ ਸੀਐਮ ਨੂੰ ਲਿਖੀ ਗਈ ਹੈ, ਜਿਸ 'ਚ ਉਹਨਾਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਤੋਂ ਬਾਅਦ ਪੰਜਾਬੀ 뮤직 ਇੰਡਸਟਰੀ ਸਦਮੇ ਵਿੱਚ ਹੈ, ਖੌਫ ਵਿੱਚ ਹੈ, ਡਰ ਦੇ ਮਾਹੌਲ ਵਿੱਚ ਹੈ, ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹੈ। ਪ੍ਰਸਿੱਧ ਗੀਤਕਾਰ ਜਾਨੀ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਜਾਨੀ ਤੇ ਉਸਦੇ ਮੈਨੇਜਰ ਨੂੰ ਧਮਕੀਆਂ ਮਿਲ ਰਹੀਆਂ ਨੇ। ਇਹਨਾਂ ਧਮਕੀਆਂ ਤੋਂ ਪਰੇਸ਼ਾਨ ਜਾਨੀ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਏਡੀਜੀਪੀ ਸੁਰੱਖਿਆ ਨੂੰ ਚਿੱਠੀ ਲਿਖੀ ਹੈ। ਜਾਨੀ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਹੈ, ਮੈਨੂੰ ਤੇ ਮੇਰੇ ਮੈਨੇਜਰ ਦਿਲਰਾਜ ਨੰਦਾ ਨੂੰ ਗੈਂਗਸਟਰਾਂ ਅਤੇ ਸ਼ਰਾਰਤੀ ਅਨਸਰਾਂ ਤੋਂ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਨੇ। ਇਹ ਮਾਮਲਾ ਮੈਂ ਐਸਪੀ ਮੋਹਾਲੀ ਦੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕਾ ਹਾਂ। ਇਹਨਾਂ ਧਮਕੀਆਂ ਦੀ ਵਜ੍ਹਾ ਕਰਕੇ ਮੈਂ ਆਪਣਾ ਪਰਿਵਾਰ ਪਹਿਲਾਂ ਹੀ ਪੰਜਾਬ ਤੋਂ ਬਾਹਰ ਸ਼ਿਫਟ ਕਰ ਚੁੱਕਾ ਹਾਂ। ਮੈਂ ਤੇ ਮੇਰਾ ਮੈਨੇਜਰ ਇਹਨਾਂ ਧਮਕੀਆਂ ਕਰਕੇ ਮਾਨਸਿਕ ਤਣਾਅ ਦੇ ਵਿੱਚੋਂ ਲੰਘ ਰਹੇ ਹਾਂ। ਦਿਨ ਦਿਹਾੜੇ ਜਿਸ ਬੇਰਹਿਮੀ ਤੇ ਖੌਫਨਾਕ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ, ਉਸ ਨੂੰ ਅਸੀਂ ਦੇਖਿਆ ਹੈ। ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਆਊਟਡੋਰ ਥਾਵਾਂ ਤੇ ਫਿਲਮਾਂ ਦੀ ਸ਼ੂਟਿੰਗ ਕਰਨਾ ਚੁਣੌਤੀ ਹੈ। ਮੇਰੇ ਲਈ ਆਊਟਡੋਰ ਥਾਵਾਂ ਤੇ ਸ਼ੂਟਿੰਗ ਕਰਨਾ ਜਾਂ ਮੇਰੇ ਰੋਜ਼ ਦੇ ਪ੍ਰੋਫੈਸ਼ਨਲ ਕੰਮ ਕਰਨਾ ਬੇਹੱਦ ਮੁਸ਼ਕਿਲ ਹੈ। ਅਜਿਹੇ ਵਿੱਚ ਮੈਨੂੰ ਤੇ ਮੇਰੇ ਮੈਨੇਜਰ ਦਿਲਰਾਜ ਨੰਦਾ ਤੇ ਮੇਰੇ ਸਟਾਫ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਮਿਲਣਾ ਬੇਹੱਦ ਜ਼ਰੂਰੀ ਹੈ। ਚੌਕਸੀ ਤੇ ਢੁਕਵੀਂ ਸੁਰੱਖਿਆ ਨਾਲ ਹੀ ਖਤਰੇ ਦੀ ਸੰਭਾਵਨਾ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ ਮੇਰੀ ਬੇਨਤੀ ਹੈ, ਸਾਨੂੰ ਪੱਕੀ ਤੇ ਢੁਕਵੀਂ ਸੁਰੱਖਿਆ ਦਿੱਤੀ ਜਾਵੇ। ਮੁੱਖ ਮੰਤਰੀ ਜੀ ਬਹੁਤ ਸੰਜੀਦਾ ਇਸ ਮਾਮਲੇ ਤੇ, ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੋਊਗਾ। ਇਹਦੇ ਤੇ ਵੀ ਇਨਵੈਸਟੀਗੇਸ਼ਨ ਦਾ ਮਾਮਲਾ ਜੇ ਕੋਈ ਹੋਊਗਾ ਤਾਂ ਡੈਫੀਨੇਟਲੀ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਊਗੀ, ਔਰ ਪੰਜਾਬ ਦੇ ਲੋਕਾਂ ਨੂੰ ਜਿਹੜਾ ਸੁਰੱਖਿਆ ਦਾ ਮਾਹੌਲ ਜਿਹੜਾ ਉਹ ਦੇਣ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ, ਸਰਕਾਰ ਦੀ ਕਮਿਟਮੈਂਟ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਗੱਲ ਉੱਭਰੀ ਸੀ ਕਿ ਗੈਂਗਸਟਰਾਂ ਦੀ ਨਜ਼ਰ ਪੰਜਾਬੀ 뮤직 ਇੰਡਸਟਰੀ ਤੇ ਹੈ। ਗੈਂਗਸਟਰ 뮤직 ਕੰਪਨੀਆਂ ਦੇ ਜ਼ਰੀਏ ਪੈਸਾ ਲਾਉਂਦੇ ਨੇ, ਨਾਮੀ ਗਾਇਕਾਂ ਨੂੰ ਧਮਕਾਉਂਦੇ ਨੇ, ਰੰਗਦਾਰੀਆਂ ਲੈਂਦੇ ਨੇ ਤੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਟ੍ਰੈਂਡ ਘਟਣ ਦੀ ਥਾਂ ਤੇ ਹੋਰ ਵਧਿਆ ਅਤੇ ਹੁਣ ਗੀਤਕਾਰ ਜਾਨੀ ਦੇ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਜਤਾਈ ਚਿੰਤਾ ਨੂੰ ਵੀ ਇਸੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18।